ਸੀਪੀਸੀ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਹੋਸਟ ਵਿਸ਼ੂ ਮਹਿਤਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਟਾਈਮ ਵਿਦ ਮਿੰਟੂ ਗੁਰਸਰੀਆ ਜੀ। ਮਿੰਟੂ ਗੁਰਸਰੀਆ ਜੀ ਸਾਡੇ ਨਾਲ ਸਟੂਡੀਓ 'ਚ ਜੁੜਦੇ ਨੇ ਤੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਭਾਰਤ ਵਿੱਚ ਵਾਪਰ ਰਹੀਆਂ ਬਹੁਤ ਖਾਸ ਖਬਰਾਂ ਦੇ ਉੱਤੇ। ਮਿੰਟੂ ਜੀ ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਹੈ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਖਬਰ ਦੀ ਸ਼ੁਰੂਆਤ ਕਰਦੇ ਆ। ਕੈਰਵਾ ਮੈਗਜ਼ੀਨ ਦੀ ਜੋ ਰਿਪੋਰਟ ਆਈ ਹੈ, ਕਾਫੀ ਜਿਹੜੇ ਉਹਨਾਂ ਨੇ ਦਾਅਵੇ ਕੀਤੇ ਆ, ਬਹੁਤ ਕੁਝ ਸੋਚਣ ਤੇ ਮਜਬੂਰ ਕਰਤਾ ਹੈ। ਕੀ ਬਰੀਫ ਕਰਦੇ ਹੋ ਜੀ ਇਸ ਰਿਪੋਰਟ ਨੂੰ ਤੁਸੀਂ? ਹਾਂਜੀ ਦੇਖੋ, ਜਿਹੜਾ ਕਾਰਵਾ ਮੈਗਜ਼ੀਨ ਆ ਇਹਦੀ ਇੱਕ ਖਾਸੀਅਤ ਆ ਕਿ ਇਹਨਾਂ ਦੀ ਪੱਤਰਕਾਰਤਾ ਜਿਹੜੀ ਆ ਉਹ ਦਲੇਰ ਤਾਂ ਹੁੰਦੀ ਹੈ, ਪਲੱਸ ਕਹਿ ਲਓ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਵੀ ਬਹੁਤ ਆਲਾ ਦਰਜੇ ਦੀ ਹੈ। ਠੀਕ ਹੈ। ਬਹਰਹਾਲ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਵੇਂ ਪੰਜਾਬ ਦੇ ਵਿੱਚੋਂ ਇਹਨਾਂ ਵਾਸਤੇ ਕੰਮ ਕਰਦੇ ਆ ਬੀਬੀ ਜਤਿੰਦਰ ਤੁੜ ਜੀ, ਤੁਹਾਨੂੰ ਯਾਦ ਹੋਣਾ ਹੈ ਇੰਡੀਆ ਦੇ ਵਿੱਚ ਇੱਕ ਉਹਨਾਂ ਦੀ ਰਿਪੋਰਟ ਨੇ ਤਰਥੱਲੀ ਮਚਾ ਦਿੱਤੀ ਸੀ ਜਦੋਂ ਉਹਨਾਂ ਨੇ ਕੁਝ ਕੁ ਰੁਪਈਆਂ 'ਚ, ਮੇਰੇ ਖਿਆਲ ਦੇ ਨਾਲ 20-30 ਰੁਪਈਆਂ ਦੇ ਵਿੱਚ ਹੀ ਆਧਾਰ ਕਾਰਡ ਦੇ ਡਾਟਾਬੇਸ ਦਾ ਐਕਸੈਸ ਹਾਸਲ ਕਰ ਲਿਆ ਸੀਗਾ। ਤਾਂ ਉਹ ਇੱਕ ਬਹੁਤ ਵੱਡੀ, ਜਿੱਦਾਂ ਕਹਿ ਲਓ ਕਿ ਕਮਜ਼ੋਰੀ ਸਾਹਮਣੇ ਲਿਆ ਕੇ ਰੱਖ ਦਿੱਤੀ ਸੀ। ਹਿੱਲ ਗਈ ਸੀਗੀ ਇੰਡੀਆ ਦੀ ਗਵਰਨਮੈਂਟ ਉਸ ਟਾਈਮ। ਤਾਂ ਇਹ ਰਿਪੋਰਟ ਵੀ ਉਹਨਾਂ ਨੇ ਹੀ ਚੀਮਾ ਕਲਾਂ ਪਿੰਡ ਦੇ ਵਿੱਚੋਂ ਜਾ ਕੇ ਕੀਤੀ ਆ। ਚੀਮਾ ਕਲਾਂ ਪਿੰਡ ਜਿਹੜਾ ਕਿ ਮ੍ਰਿਤਕ ਲਖਵੀਰ ਸਿੰਘ ਦਾ ਪਿੰਡ ਆ। ਹਾਲਾਂਕਿ ਪਿੰਡ ਤੇ ਉਹਨਾਂ ਦਾ ਅਸਲ ਦੇ ਵਿੱਚ ਕਲਸਾ ਆ। ਇੱਥੇ ਉਹਦੀ ਭੂਆ ਵਿਆਹੀ ਸੀਗੀ। ਉਹ ਛੋਟਾ ਹੁੰਦਾ ਹੀ ਮਤਲਬ ਕਿ ਭੂਆ ਤੇ ਫੁੱਫੜ ਨੇ ਗੋਦ ਲਿਆ ਹੋਇਆ ਸੀਗਾ। ਫਿਰ ਉਹ ਮੁੜ ਕੇ ਉਹਦੀ ਭੈਣ ਵੀ ਇਹਨਾਂ ਦੇ ਕੋਲ ਹੀ ਰਹਿਣ ਲੱਗ ਪਈ। ਸੋ ਇਹ ਇਹਨਾਂ ਦਾ ਥੋੜਾ ਜਿਹਾ ਫੈਮਿਲੀ ਬੈਕਗ੍ਰਾਉਂਡ ਆ। ਅੱਛਾ, ਜੋ ਦਾਅਵਾ ਕੀਤਾ ਗਿਆ ਮੁੱਖ ਤੌਰ ਤੇ ਉਹ ਦੇਖੋ ਕੋਈ ਸਧਾਰਨ ਨਹੀਂ ਹੈ। ਉਹਦੇ ਵਾਸਤੇ ਤੁਹਾਨੂੰ ਕਹਿ ਲਓ ਕਿ ਕਾਫੀ ਕੁਛ ਗਰਾਊਂਡ ਜ਼ੀਰੋ ਤੋਂ ਜਟਾਉਣਾ ਪੈਂਦਾ। ਜੇ ਇਹੋ ਜਿਹੀ ਰਿਪੋਰਟ ਤੁਸੀਂ ਤਿਆਰ ਕਰੋਗੇ ਤੁਹਾਨੂੰ ਵੱਖ-ਵੱਖ ਬੰਦਿਆਂ ਦੇ ਨਾਲ ਗੱਲਬਾਤ ਕਰਨੀ ਪੈਂਦੀ ਆ। ਫਿਰ ਜੋ ਉਹ ਗੱਲ ਕਹਿੰਦੇ ਨੇ ਉਹਨਾਂ ਲਈ ਵੈਰੀਫਾਈਡ ਕਰਨਾ ਪੈਂਦਾ ਕਿ ਹਾਂ ਕੀ ਇਹ ਗੱਲਾਂ ਜਿਹੜੀਆਂ ਸਟੈਬਲਿਸ਼ ਹੁੰਦੀਆਂ ਨੇ ਜਾਂ ਨਹੀਂ। ਤਾਂ ਜੋ ਰਿਪੋਰਟ ਆ ਉਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਹੋਏ ਆ ਉਹਨਾਂ ਚੋਂ ਜਿਹੜਾ ਮੁੱਖ ਮੁਲਜ਼ਮ ਨਿਹੰਗ ਸਰਬਜੀਤ ਸਿੰਘ ਆ, ਉਹਦੇ ਬਾਰੇ ਕਿਹਾ ਗਿਆ ਹੈ ਕਿ ਕੁਝ ਮਹੀਨਿਆਂ ਤੋਂ ਇਹ ਚੀਮਾ ਕਲਾਂ ਪਿੰਡ ਦੇ ਵਿੱਚ ਆਉਣੀ ਜਾਣੀ ਰੱਖਦਾ ਸੀਗਾ। ਇਹ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ, ਕਿਉਂਕਿ ਇਹ ਜਿਹੜੀ ਪਹਿਲਾਂ ਮੈਗਜ਼ੀਨ ਨੇ ਰਿਪੋਰਟ ਕੀਤਾ ਵਾ ਉਹਦੇ ਵਿੱਚ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇੰਗਲਿਸ਼ ਦੀ ਰਿਪੋਰਟ ਜਿਹੜੀ ਪਹਿਲਾਂ ਸ਼ਾਇਦ ਕੀਤੀ, ਹੁਣ ਹਿੰਦੀ 'ਚ ਆ ਗਈ ਆ। ਕਿਉਂਕਿ ਅੰਗਰੇਜ਼ੀ ਤੇ ਹਿੰਦੀ 'ਚ ਤੁਹਾਨੂੰ ਇੱਕ ਅੰਤਰ ਪਤਾ ਹੀ ਹੈ ਕਿ ਅੰਗਰੇਜ਼ੀ ਬਹੁਤ ਘੱਟ ਲੋਕ ਜਾਣਦੇ ਆ, ਹਿੰਦੀ ਬਹੁਤ ਸਾਰੇ ਲੋਕ ਜਾਣਦੇ ਆ। ਔਰ ਗਾਂ ਜਦੋਂ ਹਿੰਦੀ ਤੋਂ ਫਿਰ ਲੋਕਲ ਭਾਸ਼ਾਵਾਂ ਦੇ ਵਿੱਚ ਰਿਪੋਰਟਿੰਗ ਹੋਏਗੀ ਤਾਂ ਫਿਰ ਬਹੁਤ ਵੱਡੇ ਪੱਧਰ ਤੇ ਉਹ ਖਬਰ ਜਿਹੜੀ ਆ ਉਹ ਖਿਲਰ ਜਾਂਦੀ ਆ। ਬਹਰਹਾਲ ਅੰਗਰੇਜ਼ੀ ਤੋਂ ਬਾਅਦ ਇਹਨਾਂ ਨੇ ਹਿੰਦੀ 'ਚ ਟ੍ਰਾਂਸਲੇਟ ਕਰਕੇ ਉਹ ਆਪਣੀ ਸਟੋਰੀ ਜਿਹੜੀ ਆ ਪਾ ਦਿੱਤੀ ਆ। ਉਹਦੇ 'ਚ ਇਹ ਕਿਹਾ ਗਿਆ ਕਿ ਜਿਹੜੇ ਪਿੰਡ ਦੇ ਕੁਝ ਵਸਿੰਦੇ ਆ ਉਹਨਾਂ ਨੇ ਇਹਨੂੰ ਸਿਆਣ ਕੇ ਜਦੋਂ ਟੈਲੀਵਿਜ਼ਨ ਦੇ ਵਿੱਚ ਆਇਆ ਤਾਂ ਸ਼ਕਲੋਂ ਸੂਰਤ ਤੋਂ ਵੇਖ ਕੇ ਅੰਦਾਜ਼ਾ ਲਾਇਆ ਕਿ ਸ਼ਖਸ ਤਾਂ ਉਹੀ ਹੈ। ਹਾਂਜੀ, ਉਹਨਾਂ ਦੱਸਿਆ ਕਿ ਇਹ ਬਲੈਰੋ ਕੈਂਪਰ ਤੇ ਇੱਥੇ ਘੁੰਮਦਾ ਹੁੰਦਾ ਸੀਗਾ। ਉਦੋਂ ਇਹਦੇ ਕੇਸ ਜਿਹੜੇ ਸੀਗੇ ਕੱਟੇ ਸੀ, ਇੱਥੇ ਇਹਨੇ ਕੇਸ ਵਧਾਉਣੇ ਸ਼ੁਰੂ ਕੀਤੇ ਆ। 2 ਕੁ ਘਰਾਂ 'ਚ ਇਹ ਰਹਿੰਦਾ ਵੀ ਹੈ, ਨਹਾਉਣਾ ਧੋਣਾ ਵੀ ਇਹਦਾ ਜਿਹੜਾ ਨਾਲੇ ਤੇ ਕੋਈ ਨਲਕਾ ਸੀਗਾ ਉੱਥੇ ਅਕਸਰ ਹੁੰਦਾ ਸੀਗਾ। ਬੱਸ ਅੱਡੇ ਤੇ ਲੰਗਰ ਹਾਲ ਬਣ ਰਿਹਾ ਸੀਗਾ, ਉੱਥੇ ਮਤਲਬ ਕਿ ਜ਼ਿਆਦਾਤਰ ਇਹ ਠਹਿਰਦਾ ਹੁੰਦਾ ਸੀਗਾ। ਸੋ ਇਸ ਤਰ੍ਹਾਂ ਕਾਫੀ ਕੁਛ ਹੈ ਜਿਹੜਾ ਪਿੰਡ ਵਾਲਿਆਂ ਨੇ ਬਿਆਨ ਕੀਤਾ ਵਾ। ਇੱਕ ਇਹ ਵੀ ਕਲੇਮ ਆਇਆ ਵਾ ਕਿ 12 ਤਰੀਕ ਨੂੰ ਲਖਵੀਰ ਵਾਕਿਆ ਦਾਣਾ ਮੰਡੀ 'ਚ ਗਿਆ ਸੀਗਾ ਤੇ ਉੱਥੇ ਉਹਨੇ ਕੰਮ ਵੀ ਮੰਗਿਆ ਸੀਗਾ, ਕੰਮ ਨਹੀਂ ਮਿਲਿਆ ਤੇ ਫਿਰ ਉੱਥੇ ਇੱਕ ਮੋਟਰਸਾਈਕਲ ਤੇ ਵਿਅਕਤੀ ਸੀਗਾ, ਉਹਨੇ ਬਿਠਾਇਆ ਕੋਲ ਹੀ ਕੋਈ ਸ਼ਮਸ਼ਾਨ ਘਾਟ ਸੀ, ਉੱਥੋਂ ਚੱਕਿਆ ਤਾਂ ਬਲੈਰੋ ਦੇ ਵਿੱਚ ਹੀ ਇਹਨੂੰ ਬਿਠਾਇਆ ਗਿਆ ਜਿੱਥੇ 2 ਕਹਿੰਦੇ ਆ ਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਵਿਅਕਤੀ ਮੌਜੂਦ ਸੀ ਜਿਨ੍ਹਾਂ ਦੇ ਨਾਲੇ ਬੈਠ ਕੇ ਗਿਆ। ਪਰ ਉਸ ਤੋਂ ਅਗਲੇ ਦਿਨ 13 ਨੂੰ ਫਿਰ ਕੋਈ ਬੈਂਕ ਦੇ ਵਿੱਚ ਲੱਗਿਆ ਕਰਮਚਾਰੀ ਅੰਮ੍ਰਿਤਪਾਲ, ਉਹਨੇ ਇਸ ਗੱਲ ਦੀ ਸ਼ਾਦੀ ਭਰੀ ਆ ਕਿ ਮੈਂ ਇਹਨੂੰ ਦੂਰੋਂ ਦੇਖਿਆ, ਉਦੋਂ ਜ਼ਰੂਰ ਦਿਸਿਆ ਇੱਕ ਵਾਰੀ, ਉਹ ਵੀ ਦਾਣਾ ਮੰਡੀ ਦੀ ਗੱਲ ਆ। ਉਸ ਤੋਂ ਬਾਅਦ ਇਹ ਗਾਇਬ ਹੋ ਜਾਂਦਾ ਤੇ ਫਿਰ 14 ਤੇ 15 ਨੂੰ ਯਾਨੀ ਇਹ ਦਰਮਿਆਨੀ ਰਾਤ ਨੂੰ ਸਭ ਕੁਝ ਵਾਪਰਦਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਦੇਖੋ ਹੁਣ ਆਪਾਂ ਕਿਸੇ ਦੇ ਦਾਅਵੇ ਦੀ ਪੁਸ਼ਟੀ ਨਹੀਂ ਕਰ ਸਕਦੇ ਇਸ਼ੂ ਤੇ। ਬਿਲਕੁਲ ਜੀ। ਹਾਲਾਂਕਿ ਪੰਜਾਬ ਗਵਰਨਮੈਂਟ ਨੇ SIT ਬਣਾਈ ਆ, SIT ਇਸ ਪੱਖ ਤੋਂ ਜਾਂਚ ਪੜਤਾਲ ਕਰ ਸਕਦੀ ਹੈ ਕਿਉਂਕਿ ਉਹ ਹੁਣ ਕਰਨਗੇ। ਬਿਲਕੁਲ ਜੀ। ਇਸ ਰਿਪੋਰਟ ਦਾ ਵੀ ਉਹ ਨੋਟਿਸ ਲੈਣਗੇ।
तो आप पुष्टि नहीं कर सकते। पर ये आ कि जेकर ये मामला सच साबित होता, हाँ जी, क्योंकि हाल की घड़ी तक देखोगे उस पिंड के निवासी जिहड़े आ बहुता खुल के सामने नहीं आउणगे, पर जिवें ही टाइम पवेगा, हाँ जी, जिवें ही टाइम पवेगा तो फिर लोग सामने आउणगे। तो बिल्कुल जे मान लो इस मामले के विच सच्चाई है, हाँ जी, तो फिर काफी कुछ सोचना पवेगा तुहानूं दिमाग तो, फिर काफी कुछ जिहड़ा है वो खुलना बाकी भी है ते काफी कुछ खुलदा भी नजर आ रहा है। बिल्कुल जी, एक चीज और नोट करने वाली है जो इसी रिपोर्ट का पार्ट है, हाँ जी, ਇਹਦੇ ਵਿੱਚ ਅੰਮ੍ਰਿਤਸਰ ਰੂਰਲ ਦੇ ਜਿਹੜੇ ਸੁਪਰੀਡੈਂਟ ਨੇ ਪੁਲਿਸ ਦੇ ਹਾਂਜੀ। ਕੌਸ਼ਲ, ਉਹਨਾਂ ਦੇ ਹਵਾਲੇ ਨਾਲ ਖਬਰ ਦਿੱਤੀ ਗਈ ਹੈ। ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਵੇਖੋ ਜਦੋਂ ਨਾਰਾਇਣ ਸਿੰਘ ਜਿਹੜੇ ਦੂਸਰੇ ਨਿਹੰਗ ਸਿੰਘ ਸਰੈਂਡਰ ਕਰਦੇ ਆ ਅੰਮ੍ਰਿਤਸਰ ਦੇ ਵਿੱਚ, ਤਾਂ ਉਹ ਕਹਿੰਦੇ ਆ ਕਿ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਮੁੱਢਲੇ ਤੌਰ ਤੇ ਉਹਨਾਂ ਨੇ ਮੰਨਿਆ ਕਿ ਦੇਖੋ ਮੈਂ ਉਸ ਘਟਨਾ ਵਾਲੀ ਥਾਂ ਤੇ ਨਹੀਂ ਸੀ, ਸਭ ਤੋਂ ਪਹਿਲਾਂ ਸਰਬਜੀਤ ਸਿੰਘ ਹੀ ਮੌਜੂਦ ਸੀ। ਠੀਕ ਹੈ ਜੀ, मतलब ਜਿਹੜਾ ਪੁਆਇੰਟ ਜਿੱਥੇ ਬੇਅਦਬੀ ਹੋਈ ਹੈ ਦਾਅਵਾ ਕੀਤਾ ਜਾਂਦਾ ਕਥੇ ਤੌਰ ਤੇ ਕਿ ਇੱਥੇ ਉਹਨੇ ਲਿਆ ਕੇ ਸਰਬ ਲੋਕ ਗ੍ਰੰਥ ਨੂੰ ਸੁੱਟਿਆ ਤੇ ਫਿਰ ਵਾਪਸ ਦੂਸਰਾ ਗ੍ਰੰਥ ਚੁੱਕਣ ਜਾ ਰਿਹਾ ਸੀਗਾ ਜੋ ਸਰਬਜੀਤ ਨੇ ਰੌਲਾ ਪਾਇਆ। ਤਾਂ ਨਾਰਾਇਣ ਸਿੰਘ ਜੀ ਇਹ ਗੱਲ ਕਹਿੰਦੇ ਆ, ਕਹਿੰਦੇ ਕਿ ਮੈਨੂੰ ਨਹੀਂ ਪਤਾ, ਹਾਂਜੀ, ਸਰਬਜੀਤ ਨੇ ਆ ਕੇ ਕਿਹਾ ਕਿ ਉਹਨੇ ਬੇਅਦਬੀ ਕਰ ਦਿੱਤੀ ਹੈ, ਚੀਖ ਕੇ ਕਿਹਾ, ਰੋ ਕੇ ਕਿਹਾ, ਤੇ ਕਹਿੰਦਾ ਕਿ ਫਿਰ ਮੈਂ ਵੀ ਇੱਕ ਤਰ੍ਹਾਂ ਨਾਲ ਕਹ ਲਓ ਕਿ ਜਿੱਦਾਂ ਬਿਜਲੀ ਦੀ ਸੱਟ ਲੱਗਦੀ ਹੈ, ਬਿਜਲੀ ਦਾ ਕਰੰਟ ਦੌੜਦਾ ਆ, ਏਦਾਂ ਹੀ ਮੈਂ ਫਿਰ ਸੋਚਿਆ ਵਿਚਾਰਿਆ ਕੁਛ ਨਹੀਂ ਹੈ, ਕਿਉਂਕਿ ਉਹਦਾ ਗੁੱਟ ਪਹਿਲਾਂ ਹੀ ਵੱਢਿਆ ਸੀਗਾ ਸਰਬਜੀਤ ਨੇ, ਤੇ ਮੈਂ ਨਹੀਂ ਜਾ ਕੇ ਉਹਦੀ ਲੱਤ ਵੱਢ ਲਿੱਤੀ ਆ। ਇਹ ਪੁਲਿਸ ਅਫਸਰ ਨੇ ਦਾਅਵਾ ਕੀਤਾ ਕਿ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਨਾਰਾਇਣ ਸਿੰਘ ਨੇ ਇਹ ਗੱਲ ਜਿਹੜੀ ਹੈ ਉਹ ਕਮਾਲ ਕੀਤੀ ਹੈ, ਜਾਂ ਕਹ ਲਓ ਕਿ ਇਹ ਕਬੂਲ ਕੀਤੀ ਆ। ਕਹਿਣ ਦਾ ਮਤਲਬ ਇਹ ਆ ਕਿ ਇਸ ਰਿਪੋਰਟ ਦੇ ਆਧਾਰ ਤੇ, ਕਿਉਂਕਿ ਆਪਾਂ ਸਿਰਫ ਇਸ ਰਿਪੋਰਟ ਦੀ ਉਹ ਗੱਲ ਕਰ ਰਹੇ ਹਾਂ, ਇਹਦੇ ਤੋਂ ਬਾਹਰ ਨਹੀਂ ਜਾਵਾਂਗੇ, ਲਾਂਭੇ ਨਹੀਂ ਜਾਵਾਂਗੇ, ਤਾਂ ਇਹਦੇ ਵਿੱਚ ਇੱਕ ਚੀਜ਼ ਇਹ ਵੀ ਖੁੱਲ ਕੇ ਸਾਹਮਣੇ ਆਉਂਦੀ ਹੈ ਕਿ ਸਭ ਤੋਂ ਪਹਿਲਾਂ ਸਰਬਜੀਤ ਸਿੰਘ ਹੀ ਉਸ ਪੁਆਇੰਟ ਤੇ ਮੌਜੂਦ ਸੀਗਾ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਬੇਅਦਬੀ ਦਾ ਮੁੱਢ ਵੱਜਦਾ। ਤਾਂ ਇਹ ਕਾਫੀ ਕੁਝ ਆਪਸ ਦੇ ਵਿੱਚ ਜੁੜਦਾ ਵੀ ਆ, ਕਾਫੀ ਕੁਝ ਆਪਸ ਦੇ ਵਿੱਚ ਭੇਤ ਭਰਿਆ ਵੀ ਬਣਦਾ ਹੈ, ਪਰ ਕਾਫੀ ਕੁਝ ਕਹਿ ਲਓ ਕਿ ਆਪਸ ਦੇ ਵਿੱਚ ਜੇ ਦੇਖੀਏ ਤਾਂ ਕਿਤੇ ਨਾ ਕਿਤੇ ਕੁਛ ਨਾ ਕੁਛ ਖੋਲਦਾ ਨਜ਼ਰ ਵੀ ਆਉਂਦਾ ਜੀ। ਬਿਲਕੁਲ, ਇਹ ਤਾਂ ਆਉਣ ਵਾਲਾ ਹੁਣ ਸਮਾਂ ਹੀ ਦੱਸੂਗਾ। ਉਮੀਦ ਕਰਦੇ ਹਾਂ ਕਿ ਐਸਆਈਟੀ ਆਪਣਾ ਕੰਮ ਬਕਾਇਦਾ ਕਰੂਗੀ ਤੇ ਸੱਚ ਦਰਸ਼ਕਾਂ ਸਾਹਮਣੇ ਤੇ ਜਨਤਾ ਸਾਹਮਣੇ ਆਊਗਾ। ਮਿੰਟੂ ਜੀ, ਅਗਲੀ ਖਬਰ ਵੱਲ ਚੱਲਦੇ ਹਾਂ। ਨਿਹੰਗ ਨਵੀਨ ਸਿੰਘ ਜੀ ਦੀ ਗ੍ਰਿਫਤਾਰੀ ਦੇ ਉੱਪਰ ਕਿਵੇਂ ਦੇਖਦੇ ਹੋ? ਸਾਰੇ ਮਸਲੇ ਕਿਸ ਡਾਇਰੈਕਸ਼ਨ ਵੱਲ ਲੈ ਕੇ ਜਾ ਰਹੇ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸਾਨ ਅੰਦੋਲਨ ਨਾਲ ਕਿਉਂ ਜੋੜਿਆ ਜਾ ਰਿਹਾ? देखो क्योंकि निहंग ਸਿੰਘਾਂ ਦੇ ਦਲ ਉੱਥੇ ਬੈਠੇ ਨੇ 6-7 ਜਥੇਬੰਦੀਆਂ ਨੇ, ਤਾਂ ਇਹ ਕਿਸਾਨ ਅੰਦੋਲਨ ਦਾ ਹੀ ਪਾਰਟ ਨੇ। ਹਾਲਾਂਕਿ ਕਿਸਾਨ ਆਗੂ ਬੇਸ਼ੱਕ ਸਿੰਘੂ ਵਾਲੀ ਘਟਨਾ ਤੋਂ ਬਾਅਦ ਇਹਨਾਂ ਦੇ ਨਾਲੋਂ ਨਾਤਾ ਤੋੜ ਗਏ ਕਿ ਅਸੀਂ ਨਹੀਂ ਜਾਣਦੇ ਭਾਈ, ਅਸੀਂ ਇਹਨਾਂ ਦੇ ਨਾਲ ਕੋਈ ਵਾਸਤਾ ਨਹੀਂ ਰੱਖਦੇ, ਨਾ ਮਰਨ ਵਾਲੇ ਨਾਲ, ਬੇਅਦਬੀ ਕਰਨ ਵਾਲੇ ਨਾਲ ਤੇ ਨਾ ਮਾਰਨ ਵਾਲਿਆਂ ਦੇ ਨਾਲ। ਪਰੰਤੂ ਇਹ ਤਾਂ ਸੱਚ ਹੈ ਨਾ ਕਿ ਉਹ ਬੈਠੇ ਨੇ ਪਿਛਲੇ 10 ਮਹੀਨਿਆਂ ਤੋਂ ਉੱਥੇ ਮੌਜੂਦ ਨੇ, 10 ਕੀ ਹੁਣ ਤੇ 11 ਹੋ ਗਏ ਨੇ ਆਲਮੋਸਟ। ਹਾਂਜੀ, ਤਾਂ ਅੰਦੋਲਨ ਦਾ ਪਾਰਟ ਤੇ ਰਹਿਣਗੇ। ਅਸਲ ਦੇ ਵਿੱਚ ਨਵੀਨ ਸਿੰਘ ਜਿਹੜਾ ਆ, ਇਹ ਨਵੀਨ ਸਿੰਘ ਸੰਧੂ ਹੈ, ਪਹਿਲਾਂ ਨਵੀਨ ਸੰਧੂ ਸੀਗਾ, ਨਵੀਨ ਕੁਮਾਰ ਸੰਧੂ ਸੀਗਾ। ਤੇ ਹੋਇਆ ਕੀ ਆ ਕਿ ਇਹ ਬੰਦਾ ਪਿਛਲੇ ਦਿਨੀ, ਪਿਛਲੇ ਵੀ ਆਪਾਂ ਜੇ ਨਾ ਕਹੀਏ ਤਾਂ ਕੱਲ ਵੀ ਉਹ ਗੱਲ ਆ, ਪਿਛਲੇ ਦਿਨ ਬੀਤੇ ਦਿਨ ਫੜਿਆ ਗਿਆ ਸੀਗਾ। ਝਗੜਾ ਹੋਇਆ, ਕਹਿੰਦੇ ਆ ਕਿ ਇੱਕ ਪਾਸੇ ਤਾਂ ਇਹ ਗੱਲ ਆਖੀ ਜਾਂਦੀ ਆ ਕਿ ਇਹਨੇ ਮੁਰਗੇ ਜਿਹੜੇ ਆ ਉਹ ਕਿਸੇ ਮੁਰਗਾ ਵਿਕਰੇਤਾ ਤੋਂ ਹੋਣ ਦਾ ਯਤਨ ਕੀਤਾ ਜਾਂ ਮੰਗੇ, ਉਸ ਤੋਂ ਬਾਅਦ ਉਹਨੇ ਇਨਕਾਰ ਕੀਤਾ, ਇਹਨੇ ਉਹਦੇ ਡਾਂਗਾ ਮਾਰ ਕੱਟੀਆਂ ਤੇ ਉਹਦੇ ਨਾਲ ਕੁਝ ਫ੍ਰੈਕਚਰ ਵਗੈਰਾ ਹੋਇਆ ਜਾਂ ਕਥਿਤ ਤੌਰ ਤੇ ਕੋਈ ਸੱਟ ਪੇਟ ਜ਼ਿਆਦਾ ਲੱਗੀ ਆ। ਇਸ ਗੱਲ ਦਾ ਪਤਾ ਨਹੀਂ ਕਿ ਲੱਤ ਟੁੱਟੀ ਹੈ ਜਾਂ ਨਹੀਂ, ਕੁਝ ਅਖਬਾਰਾਂ ਰਿਪੋਰਟ ਕਰਦੀਆਂ ਨੇ ਕਿ ਲੱਤ ਟੁੱਟੀ ਆ, ਕੋਈ ਕਹਿੰਦਾ ਕਿ ਨਹੀਂ ਆਮ ਝਗੜਾ ਸੀ, ਆਮ ਸੱਟ ਫੇਟ ਲੱਗੀ ਆ। ਹਾਲਾਂਕਿ ਉਹ ਬੰਦਾ ਜਿਹੜਾ ਉਹ ਜ਼ੇਰੇ ਇਲਾਜ ਹੈ ਹਸਪਤਾਲ ਦੇ ਵਿੱਚ। ਅੱਛਾ, ਉੱਥੋਂ ਵੀ ਹੁਣ ਦੋ ਤਰ੍ਹਾਂ ਦੀਆਂ ਗੱਲਾਂ ਨਿਕਲ ਰਹੀਆਂ ਨੇ। ਨਵੀਨ ਸਿੰਘ ਜਾਂ ਕੁਝ ਹੋਰ ਜਿਹੜੇ ਪ੍ਰਤੱਖਦਰਸ਼ੀ ਹੋਣ ਦਾ ਦਾਅਵਾ ਕਰਦੇ ਨੇ, ਉਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਮੁਰਗੇ ਵਾਲੀ ਨਹੀਂ, ਲੜਾਈ ਬੀੜੀ ਪੀਣ ਤੋਂ ਸੀ, ਕਿਉਂਕਿ ਘੋੜਿਆਂ ਦੇ ਲਾਗੇ ਬੀੜੀ ਪੀਤੀ ਜਾ ਰਹੀ ਸੀ। ਪਰ ਕੁਝ ਪ੍ਰਤੱਖਦਰਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਇਹ ਗੱਲ ਕਹਿੰਦੇ ਨੇ ਕਿ ਨਹੀਂ, ਉਹ ਤੁਰਿਆ ਜਾ ਰਿਹਾ ਸੀਗਾ, ਜਿਵੇਂ ਰਕਸ਼ਾ ਜਿਹਾ ਬਣਾਇਆ ਹੁੰਦਾ ਇਹਨਾਂ ਨੇ, ਮੁਰਗੇ ਸਪਲਾਈ ਕਰ ਰਿਹਾ ਸੀਗਾ ਤੇ ਇਹਨੇ ਮੁਰਗਿਆਂ ਦੀ ਮੰਗ ਕੀਤੀ, ਉਹਨੇ ਇਨਕਾਰ ਕੀਤਾ
ਉਹਨੇ ਵਿਖਾਇਆ ਕੱਢ ਕੇ ਕਿ ਆ ਸਲੇਟਿਆ ਮੇਰੇ ਕੋਲ, ਮੈਂ ਤਾਂ ਡਿਲੀਵਰ ਕਰਨ ਜਾ ਰਿਹਾ, ਇਹ ਮੇਰੇ ਲਈ ਤੇ ਡਿਲੀਵਰੀ ਆ, ਗਿਣ ਕੇ ਮੇਰੇ ਮਾਲਕ ਨੇ ਦਿੱਤੀ ਆ। ਤੇ ਜਦੋਂ ਪਰਚੀ ਕੱਢ ਰਿਹਾ ਸੀ ਬੋਝੇ ਦੇ ਵਿੱਚੋਂ ਤੇ ਨਾਲ ਬੀੜੀ ਜਾਂ ਬੀੜੀ ਦਾ ਬੰਡਲ ਜਿਹੜਾ ਉਹ ਡਿੱਗ ਪਿਆ ਤੇ ਇਹਨੇ ਫਿਰ ਡਾਂਗ ਪਾਉਣੀ ਸ਼ੁਰੂ ਕਰ ਦਿੱਤੀ। ਸੋ ਇਹ ਦੋ ਚੀਜ਼ਾਂ ਜਿਹੜੀਆਂ ਨੇ ਵਿਰੋਧਾਭਾਸ ਜੋ ਰੱਖਦੀਆਂ ਨਿਕਲ ਕੇ ਆਈਆਂ। ਚਲੋ ਉਸ ਤੋਂ ਬਾਅਦ ਵੱਡੀ ਗੱਲ ਜਿਹੜੀ ਹੋਈ ਕਿ ਇਹਨੂੰ ਬੰਨ ਲਿਆ ਗਿਆ, ਇਹਦੇ ਕਕਾਰ ਦਸਤਾਰ ਲੋਹਾ ਲੈ ਗਏ। ਉਸ ਤੋਂ ਬਾਅਦ ਫਿਰ ਮਾਮਲਾ ਜਿਹੜਾ ਉਹ ਸ਼ਾਮ ਪੈਂਦਿਆਂ ਮੋੜਾ ਕੱਟ ਗਿਆ। ਹੁਣ ਵਿਸ਼ੂ ਜੀ ਦੋਨਾਂ ਚੀਜ਼ਾਂ ਦੇ ਵਿੱਚੋਂ ਜਿਹੜੀ ਮਰਜ਼ੀ ਚੀਜ਼ ਆਪਾਂ ਦੇਖ ਲਈਏ ਕਿ ਸਹੀ ਹੋਵੇ, ਚਾਹੇ ਉਹ ਮੁਰਗੇ ਵਾਲੀ ਲੜਾਈ ਹੋਵੇ ਤੇ ਚਾਹੇ ਬੀਬੀ ਨੂੰ ਲੈ ਕੇ ਹੋਵੇ, ਠੀਕ ਹੈ, ਲੜਾਈ ਝਗੜਾ ਗਲਤ ਆ, ਲੜਾਈ ਝਗੜਾ ਗਲਤ ਆ, ਨਹੀਂ ਹੋਣਾ ਚਾਹੀਦਾ, ਕਦੇ ਵੀ ਨਹੀਂ ਹੋਣਾ ਚਾਹੀਦਾ, ਕਿਤੇ ਵੀ ਨਹੀਂ ਹੋਣਾ ਚਾਹੀਦਾ, ਮੀਆਂ ਬੀਵੀ ਚ ਵੀ ਨਹੀਂ ਹੋਣਾ ਚਾਹੀਦਾ, ਦੋ ਬੇਗਾਨੇ ਲੋਕਾਂ ਦੇ ਵਿੱਚ ਕਿਉਂ ਹੋਣਾ ਹੀ ਕਿਉਂ ਆ। ਤਾਂ ਗੱਲ ਇਹ ਆ ਕਿ ਉਹ ਮਾਮਲਾ ਫਿਰ ਜੁੜ ਗਿਆ ਧਾਰਮਿਕ ਜਜ਼ਬਾਤਾਂ ਦੇ ਨਾਲ। ਬਿਲਕੁਲ ਜੀ। ਇਹ ਮੁੰਡਾ ਬੇਸਿਕਲੀ ਹਰਿਆਣਵੀ ਜਾਤ ਸੀਗਾ ਜਿਹੜਾ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਵਿਸਾਖੀ ਦੇ ਵਿੱਚ ਮੇਰੇ ਖਿਆਲ ਦੇ ਨਾਲ ਸਿੰਘ ਸਜਿਆ ਸੀ, ਵਿਸਾਖ ਮਹੀਨੇ ਦੇ ਵਿੱਚ, ਵਿਸਾਖੀ ਵਾਲੇ ਦਿਨ ਸ਼ਾਇਦ। ਠੀਕ ਹੈ ਜੀ। ਉਸ ਤੋਂ ਬਾਅਦ ਹੋਇਆ ਕੀ ਹੈ ਕਿ ਇੱਕ ਹਰਿਆਣੇ ਦੇ ਵਿੱਚ ਵੀ ਰੋਸ ਦੀ ਲਹਿਰ ਦੌੜੀ ਕਿ ਸਾਡੇ ਮੁੰਡੇ ਤਾਂ ਸਿੱਖੀਜ਼ਮ ਤੋਂ ਪ੍ਰਭਾਵਿਤ ਹੋ ਕੇ, ਨਿਹੰਗ ਸਿੰਘਾਂ ਦੀ ਚੜ੍ਹਤ ਤੋਂ ਪ੍ਰਭਾਵਿਤ ਹੋ ਕੇ ਉਹ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਦੇ ਵਿੱਚ ਜਾ ਰਹੇ ਨੇ ਤੇ ਅਸੀਂ ਵੀ ਖੁਸ਼ ਹਾਂ ਕਿ ਚਲੋ ਏਕਤਾ ਬਣ ਰਹੀ ਹੈ, ਨਵੇਂ ਕਿਸਮ ਦੇ ਜਸਾਹਤੇ ਜਿਹੜੇ ਸਿੱਧੇ ਜਾ ਰਹੇ ਆ। ਤੇ ਤੁਸੀਂ ਇਸ ਬੰਦੇ ਨੂੰ ਫੜ ਕੇ ਇਹ ਗੱਲ ਕਹਿ ਦਿੱਤੀ ਕਿ ਇਹ ਬੇਅਦਬੀ ਕਰਨ ਆਇਆ ਸੀ, ਇਹ ਨਕਲੀ ਨਿਹੰਗ ਆ, ਇਹ ਸੰਘੀ ਆ। ਹਾਂਜੀ। ਇਸ ਚੀਜ਼ ਨੇ ਨਾ ਬਹੁਤ ਜ਼ਿਆਦਾ ਖਿਲਾਰਾ ਪਾ ਦਿੱਤਾ। ਠੀਕ ਹੈ। ਮਤਲਬ ਕਿ ਡਿਵੀਜ਼ਨ ਤੇ ਅੱਗੇ ਹੀ ਆ, ਤੁਹਾਨੂੰ ਪਤਾ ਹੀ ਇਸ ਗੱਲ ਦਾ ਕਿ ਲੈਫਟਿਸਟ ਨੌਜਵਾਨ ਬਜ਼ੁਰਗ ਹਰਿਆਣਾ ਪੰਜਾਬ ਉਹ ਵੀ ਪੱਟ ਕਪਾਉਣ ਦਾ ਯਤਨ ਕੀਤਾ ਜਾਂਦਾ। ਬਿਲਕੁਲ। ਕਈ ਡਿਵੀਜ਼ਨਾਂ ਜਿਹੜੀਆਂ ਨੇ ਉਹ ਕਈ ਵਾਰ ਖਤਮ ਹੋ ਜਾਂਦੀਆਂ, ਕਈ ਵਾਰ ਉਹ ਡਿਵੀਜ਼ਨਾਂ ਜਿਹੜੀਆਂ ਵਧਾਉਣ ਦਾ ਸਿਆਸਤ ਕਿਤੇ ਨਾ ਕਿਤੇ ਤਰੱਦਦ ਵੀ ਕਰਦੀ ਆ। ਤਾਂ ਹਰਿਆਣੇ ਦੇ ਵਿੱਚ ਇੱਕ ਰੋਸ ਦੀ ਲਹਿਰ ਦੌੜ ਗਈ। ਹਾਂਜੀ। ਤੁਹਾਨੂੰ ਪਤਾ ਹੀ ਉੱਥੇ ਬਰਾਦਰੀਵਾਦ ਆਪਣੇ ਵਾਂਗੂ ਇੱਥੇ ਬਹੁਤ ਜ਼ਿਆਦਾ ਗੂੜਾ ਬਿਲਕੁਲ ਜੀ ਜੁੜਾਵ ਰੱਖਦਾ ਸੋਸਾਇਟੀ ਦੇ ਵਿੱਚ, ਮੁਆਸ਼ਰੇ ਦੇ ਵਿੱਚ। ਤਾਂ ਫਿਰ ਹੋਇਆ ਕਿ ਬਹੁਤ ਵੱਡਾ ਇੱਕ ਸਿੱਖਾਂ ਦਾ ਤਬਕਾ ਜਿਹੜਾ ਉਹ ਵੀ ਇਸ ਰੋਸ ਦੇ ਵਿੱਚ ਉਤਰ ਆਇਆ ਕਿ ਤੁਹਾਡੀ ਗੱਲ ਗਲਤ ਹੈ। ਠੀਕ ਹੈ, ਲੜਾਈ ਝਗੜੇ 'ਚ ਨਵੀਨ ਨੇ ਗਲਤੀ ਕੀਤੀ ਹੋ ਸਕਦੀ ਹੈ, ਕੋਈ ਜੁਰਮ ਕੀਤਾ ਹੋ ਸਕਦਾ ਹੈ, ਪਰ ਆਹ ਜਿਹੜਾ ਤੁਸੀਂ ਕੰਮ ਕੀਤਾ ਕਿ ਇੱਕ ਤੇ ਉਹਦੇ ਕਕਾਰ ਜਿਹੜੇ ਆ ਲੁਹਾਏ ਗਏ, ਕਕਾਰਾਂ ਦੀ ਬੇਅਦਬੀ, ਉਹਦਾ ਬਾਣਾ ਜਿਹੜਾ ਲੁਹਾਇਆ ਗਿਆ, ਬਾਣੇ ਦੀ ਬੇਅਦਬੀ। ਹਾਂਜੀ। ਇਹ ਕੰਮ ਸਾਰਾ ਜਿਹੜਾ ਰਾਜਾ ਰਾਜ ਸਿੰਘ ਜਾਂ ਹੋਰ ਉੱਥੇ ਜਿਹੜੇ ਮੌਜੂਦ ਸੀ ਨਿਹੰਗ ਸਿੰਘ ਉਹਨਾਂ ਨੇ ਕੀਤਾ ਜਾਂ ਉਹਨਾਂ ਦੇ ਕੋਲ ਹੋਇਆ। ਹਾਂਜੀ। ਤੇ ਬੜੀ ਰੋਸ ਦੀ ਗੱਲ ਆ। ਤਾਂ ਜਦੋਂ ਇਹ ਰੋਸ ਵਧਿਆ ਫਿਰ ਅੱਜ ਰਾਜਾ ਰਾਜ ਸਿੰਘ ਜਿਹੜੇ ਨਿਹੰਗ ਸਿੰਘ ਆ, ਕਾਫੀ ਤੁਸੀਂ ਉਹਨਾਂ ਨੂੰ ਦੇਖੋਗੇ ਅੱਜ ਕੱਲ੍ਹ ਆਮ ਹੀ ਵੀਡੀਓਜ਼ ਚ ਮਿਲਦੇ ਨੇ, ਆਮ ਹੀ ਘਟਨਾਕ੍ਰਮਾਂ ਦਾ ਹਿੱਸਾ ਹੁੰਦੇ ਨੇ। ਤਾਂ ਉਹਨਾਂ ਨੇ ਇਸ ਚੀਜ਼ ਨੂੰ ਰਿਲਾਈਜ਼ ਕੀਤਾ। ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਵੇਖੋ ਮੈਂ ਉਸ ਟਾਈਮ ਮੌਜੂਦ ਨਹੀਂ ਸੀ, ਮੈਨੂੰ ਤਾਂ ਬੁਲਾਇਆ ਗਿਆ, ਉਦੋਂ ਤੱਕ ਭੀੜ ਨੇ ਇਹ ਸਾਰਾ ਕੰਮ ਕਰ ਦਿੱਤਾ ਸੀ। ਹਾਲਾਂਕਿ ਪਹਿਲਾਂ ਜੇ ਆਪਾਂ ਲਖਵੀਰ ਵਾਲੇ ਮਾਮਲੇ 'ਚ ਦੇਖੀਏ ਉਦੋਂ ਵੀ ਇਹੀ ਕਿਹਾ ਗਿਆ ਸੀਗਾ ਕਿ ਭੀੜ ਵੱਲੋਂ ਇਹ ਕੰਮ ਕੀਤਾ ਗਿਆ। ਬਿਲਕੁਲ। ਤੇ ਲੱਖੇ ਸਿਧਾਣੇ ਬਾਰੇ ਵੀ ਆ ਗਿਆ ਕਿਉਂਕਿ ਉੱਥੇ ਮੌਕੇ ਤੇ ਮੌਜੂਦ ਲੱਖਾ ਸਿਧਾਣਾ ਵੀ ਸੀਗਾ। ਲੱਖੇ ਸਿਧਾਣੇ ਦੀ ਵੀ ਬਹੁਤ ਟ੍ਰੋਲਿੰਗ ਹੋਈ, ਵਿਰੋਧ ਹੋਇਆ, ਆਲੋਚਨਾ ਹੋਈ ਕਿ ਭਾਈ ਇਹ ਬੰਦਾ ਜਿਹੜਾ ਇਹਦੇ ਸਿਆਣਾ ਬਿਆਣਾ ਬੰਦਾ ਸੀਗਾ, ਇਹਨੇ ਵੀ ਇਸੇ ਗੱਲ ਦੇ ਵਿੱਚ ਹਿੱਸਾ ਲਿਆ। ਹਾਲਾਂਕਿ ਬਾਅਦ ਦੇ ਵਿੱਚ ਰਾਜਾ ਰਾਜ ਸਿੰਘ ਜੀ ਨੇ ਇਹ ਸਪਸ਼ਟ ਕੀਤਾ ਕਿ ਲੱਖਾ ਸਿਧਾਣਾ ਵੀ ਬਾਅਦ ਦੇ ਵਿੱਚ ਆਇਆ ਕਿ ਉਦੋਂ ਤੱਕ ਕਕਾਰ ਜਾਂ ਬਾਣਾ ਜਿਹੜਾ ਲੁਹਾਇਆ ਜਾ ਚੁੱਕਾ ਸੀਗਾ। ਸੋ ਇੱਕ ਰੋਸ ਜਦੋਂ ਵਧਿਆ ਤਾਂ ਉਦੋਂ ਫਿਰ ਨਿਹੰਗ ਰਾਜਾ ਰਾਜ ਸਿੰਘ ਜੀ ਜਿਹੜੇ ਪਹਿਲੇ ਦਿਨ ਕਹਿ ਰਹੇ ਸੀਗੇ ਕਿ ਅਸੀਂ ਨੂੰ ਡਾਂਗ ਫੇਰੀ ਹੈ, ਇਹੋ ਜਿਹੇ ਕੁੱਤੇ ਬੰਦੇ ਸਾਨੂੰ ਬਦਨਾਮ ਕਰਦੇ, ਇਹੋ ਜਿਹਾ ਨੂੰ ਅਸੀਂ ਐਕਸਪੋਜ਼ ਕਰਾਂਗੇ ਵਗੈਰਾ ਵਗੈਰਾ ਗੱਲਾਂ ਕਰਦੇ ਸੀ। ਅੱਜ ਕਹਿੰਦੇ ਜੀ ਕਿ ਮੇਰੇ ਆਉਣ ਤੋਂ ਪਹਿਲਾਂ ਸਭ ਕੁਝ ਹੋ ਗਿਆ ਸੀਗਾ। ਤਾਂ ਬਹਰਹਾਲ ਉਹਨਾਂ ਨੇ ਕਿਹਾ ਕਿ ਗਲਤੀ ਹੋਈ ਹੈ। ਤਾਂ ਹੁਣ ਇਸ ਅਹਿਸਾਸ ਦੇ ਵਿੱਚੋਂ ਦੇਖੋ, ਹੁਣ ਆਪਾਂ ਨੂੰ ਇਹਨਾਂ ਦੀਆਂ ਪਰੰਪਰਾਵਾਂ ਦਾ ਨਹੀਂ ਪਤਾ। ਨਿਹੰਗ ਸਿੰਘ ਜਥੇਬੰਦੀਆਂ ਦਾ ਆਪਣਾ ਕਹਿ ਲਓ ਕਿ ਪ੍ਰਬੰਧਕੀ ਢਾਂਚਾ ਹੁੰਦਾ, ਆਪੋ ਆਪਣੀਆਂ ਇਹਨਾਂ ਦੀਆਂ ਮਾਨਤਾਵਾਂ ਪਰੰਪਰਾਵਾਂ ਹੁੰਦੀਆਂ ਨੇ। ਮੈਨੂੰ ਨਹੀਂ ਪਤਾ, ਕੁਝ ਲੋਕ ਸਵਾਲ ਚੁੱਕ ਰਹੇ ਨੇ ਕਿ ਭਾਈ ਉਹਦੇ ਕੇਸ ਛੋਟੇ ਸੀ, ਉਹਨੂੰ ਬਾਣੀ ਨਹੀਂ ਆਉਂਦੀ ਤਾਂ ਅਮਰਤ ਕਿਉਂ ਛਕਾਇਆ ਗਿਆ। ਤੇ ਇਸ ਗੱਲ ਦਾ ਅਮਨ ਸਿੰਘ ਨੇ ਵੀ ਆ ਕੇ ਕਿਤੇ ਨਾ ਕਿਤੇ ਕਹਿ ਲਓ ਕਿ ਪੁਸ਼ਟੀ ਵਾਲਾ ਕੰਮ ਕਰ ਦਿੱਤਾ ਕਿ ਇਹ ਬੰਦਾ ਜੀ ਹੈ ਤੇ ਸਾਡਾ ਹੀ ਆ, ਪਰ ਅਮਨ ਸਿੰਘ ਨੇ ਉੱਥੇ ਆ ਕੇ ਕਹਿ ਦਿੱਤਾ ਕਿ 3 ਦਿਨ ਤੋਂ ਇੱਥੇ ਆ। ਜਦ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਉਹਨੇ ਵਿਸਾਖੀ ਤੇ ਹੀ ਅੰਮ੍ਰਿਤ ਛਕ ਲਿਆ ਸੀ, ਉਦੋਂ ਤੋਂ ਲੈ ਕੇ ਉਹ ਗੱਲ ਦਾ ਹਿੱਸਾ ਸੀ।
ਠੀਕ ਹੈ। ਤੇ ਮਾਨ ਸਿੰਘ ਜਿਹੜੇ ਬਾਬਾ ਜੀ ਆ ਇਹਨਾਂ ਦੇ ਕਾਫੀ ਸੀਨੀਅਰ ਨੇ, ਉਮਰ ਦੇ ਵਿੱਚ ਵੀ ਦੇਖੀਏ ਤਾਂ ਕਾਫੀ ਉਮਰ ਦਰਾਜ਼ ਨੇ, ਵੱਡੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਆ, ਤਾਂ ਉਹਨਾਂ ਵੱਲੋਂ ਇਹਦੀ ਡਿਊਟੀ ਹੁਣ 2-3 ਦਿਨ ਪਹਿਲਾਂ ਲੰਗਰ ਚਲਾਈ ਗਈ ਸੀਗੀ। ਤਾਂ ਅਮਨ ਸਿੰਘ ਇਹ ਗੱਲ ਕਹਿ ਕੇ ਚਲੋ ਤੇ ਪਾਸੇ ਹੋ ਗਿਆ ਕਿ ਭਾਈ ਇਹ 2-3 ਦਿਨ ਪਹਿਲਾਂ ਹੀ ਆਇਆ ਸਾਡੇ ਕੋਲ, ਪਰੰਤੂ ਮਾਮਲਾ ਜਿਹੜਾ ਆ ਉਹ ਕੁਝ ਇਸ ਤਰ੍ਹਾਂ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਚਰਚਾ ਦੇ ਵਿੱਚ ਹੈ ਕਿ ਦੇਖੋ, ਜੇ ਕੋਈ ਸਿੰਘ ਸੱਜਦਾ ਹੈ, ਖਾਸ ਤੌਰ ਤੇ ਮੰਨ ਲਓ ਕਿਸੇ ਦੂਸਰੇ ਧਰਮ ਦੇ ਵਿੱਚੋਂ ਆਉਂਦਾ ਹੈ ਜਾਂ ਦੂਸਰੇ ਸੱਭਿਆਚਾਰ ਤੋਂ ਆਉਂਦਾ ਹੈ, ਤਾਂ ਉਹਨੂੰ ਘੱਟੋ ਘੱਟ ਸਿੱਖ ਫਲਸਫਾ, ਸਿੱਖ ਇਤਿਹਾਸ, ਜੋ ਸਿੱਖ ਧਰਮ ਦੀ ਪ੍ਰੈਕਟਿਸ ਹੈ ਪ੍ਰੋਪਰਲੀ, ਜਾਂ ਜਿੱਦਾਂ ਬਾਣੇ ਦੇ ਨਾਲ ਆਪਾਂ ਨੂੰ ਇਹ ਵੀ ਪਤਾ ਹੈ ਕਿ ਬਾਣੇ ਦੇ ਨਾਲ ਜ਼ਾਬਤਾ ਵੀ ਜੁੜ ਜਾਂਦਾ ਹੈ। ਇੱਕ ਯੂਨੀਫਾਰਮ ਹੁੰਦੀ ਹੈ, ਜੇ ਆਪਾਂ ਪੁਲਿਸ ਫੋਰਸ ਦੀ ਯੂਨੀਫਾਰਮ ਦੇਖਦੇ ਹਾਂ ਜਾਂ ਸਕੂਲ ਦੀ ਯੂਨੀਫਾਰਮ ਦੇਖਦੇ ਹਾਂ, ਇਸੇ ਤਰ੍ਹਾਂ ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਜਿਹੜੀਆਂ, ਜਿਨ੍ਹਾਂ ਨੂੰ ਬਾਣਾ ਜਿਹੜਾ ਕਹਿ ਲਓ ਕਿ ਬਹੁਤ ਮਹਾਨਤਾ ਦੇ ਪ੍ਰਤੀਕ ਵਜੋਂ ਮਿਲਿਆ ਵਾ, ਤਾਂ ਉਹ ਬਾਣਾ ਜਿਹੜਾ ਉਹ ਇੱਕ ਜ਼ਾਬਤਾ ਵੀ ਰੱਖਦਾ ਕਿ ਗਰੀਬ ਮਜ਼ਲੂਮ ਦੇ ਹੱਕ ਦੇ ਵਿੱਚ ਖੜਨਾ। ਭਾਈ ਬਿਲਕੁਲ ਜੀ, ਇੱਥੇ ਕੀ ਹੋ ਰਿਹਾ ਸਭ ਦੇ ਸਾਹਮਣੇ, ਮਤਲਬ ਕਿ ਜਿਹੜਾ ਬਾਹਰੋਂ ਆਇਆ ਬੰਦਾ ਵਾ, ਘੱਟੋ ਘੱਟ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਇਹ ਚੀਜ਼ਾਂ ਸਿਖਾਈਆਂ ਜਾਣ। ਇਹ ਚੀਜ਼ਾਂ ਕਿਉਂ ਨਹੀਂ ਕੀਤੀਆਂ ਗਈਆਂ, ਇਸ ਗੱਲ ਦਾ ਜਵਾਬ ਹੈ ਨਹੀਂ ਦਾ ਕਿਸੇ ਕੋਲ, ਨਾ ਜਿਹੜੇ ਉੱਥੇ ਹੈਗੀਆਂ ਨੇ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਉਹਨਾਂ ਦੇ ਕੋਲ, ਨਾ ਦੂਸਰਿਆਂ ਕੋਲ, ਕਿ ਭਾਈ ਠੀਕ ਆ ਕਿ ਜਦੋਂ ਮਤਲਬ ਕਿ ਅੰਮ੍ਰਿਤਪਾਨ ਕਰਦਾ ਹੈ ਕੋਈ, ਆਪਾਂ ਇੱਥੇ ਵੀ ਦੇਖਿਆ ਪੰਜਾਬ ਦੇ ਵਿੱਚ ਕਈਆਂ ਦੀ ਦਾੜੀ ਬਿਲਕੁਲ ਛੋਟੀ ਛੋਟੀ ਹੁੰਦੀ ਹੈ, ਅੰਮ੍ਰਿਤਪਾਨ ਕਰ ਲਿਆ ਜਾਂਦਾ ਕਿਉਂਕਿ ਇੱਕ ਪ੍ਰਾਣ ਹੈ ਨਾ, ਇੱਕ ਵਚਨ ਹੈ, ਬਿਲਕੁਲ ਤੁਹਾਡਾ ਇੱਕ ਨਿਸ਼ਠਾ ਹੈ ਕਿ ਹਾਂ ਭਾਈ ਅੱਜ ਤੋਂ ਬਾਅਦ ਮੈਂ ਗੁਰੂ ਨੂੰ ਸਮਰਪਿਤ ਹੋ ਗਿਆ। ਸਿੱਖੀਜ਼ਮ ਤੇ ਹੈ ਹੀ ਇੱਕ ਸੋਚ ਹੈ ਨਾ, ਕਾਸਟਿਜ਼ਮ ਵਗੈਰਾ ਵਗੈਰਾ ਤੇ ਚਲੋ ਡਿਵੀਜ਼ਨਾਂ ਜਿਹੜੀਆਂ ਵੱਖੋ ਵੱਖਰੀਆਂ ਨੇ, ਤਾਂ ਉੱਥੇ ਤੇ ਆ ਕੇ ਸਾਰਾ ਕੁਝ ਖਤਮ ਹੋ ਗਿਆ ਕਿ ਤੁਸੀਂ ਗੁਰੂ ਨੂੰ ਸਮਰਪਿਤ ਕਰ ਦੇਣਾ ਆਪਣਾ ਸਾਰਾ ਕੁਝ। ਤਾਂ ਉਸ ਤੋਂ ਬਾਅਦ ਇਹ ਕੋਈ ਵਿਸ਼ਾ ਨਹੀਂ ਹੈਗਾ ਕਿ ਹਾਂ ਵੀ ਉਹਦੇ ਉਸ ਟਾਈਮ ਕੇਸ ਕਿੱਡੇ ਸੀ, ਕੇਸ ਵਧੇ ਕਿਉਂ ਨਹੀਂ। ਵੱਡਾ ਸਵਾਲ ਇਹੀ ਹੈ ਕਿ ਇੰਨੇ ਮਹੀਨੇ ਜਦ ਹੋ ਗਏ ਤਾਂ ਜੇ ਨਵੀਨ ਤੋਂ ਕੋਈ ਗਲਤੀ ਹੋਈ ਹੈ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਸਮਝਾਉਣਾ ਵੀ ਬਣਦਾ ਸੀਗਾ। ਇਹ ਚੀਜ਼ ਮੈਂ ਵਾਰ-ਵਾਰ ਕਹੂੰਗਾ ਔਰ ਅਪੀਲ ਵੀ ਕਰੂੰਗਾ, ਇਸ ਬਾਰੇ ਸੋਚਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਨਾ, ਐਗਜ਼ੈਕਟ ਫਿਗਰ ਤੇ ਆਪਣੇ ਕੋਲ ਨਹੀਂ ਹੋਏਗਾ, ਦੱਸਦੇ ਆ ਕਿ ਬਹੁਤ ਸਾਰੇ ਐਸੇ ਨੌਜਵਾਨ ਹੈਗੇ ਆ, ਹੁਣ ਗਿਣਤੀ ਚ ਕਿੰਨੇ ਹੋਣਗੇ, ਦਰਜਨ ਹੋਣਗੇ, 2 ਦਰਜਨ ਹੋਣਗੇ ਜਾਂ ਦਰਜਨ ਤੋਂ ਘੱਟ ਹੋਣਗੇ, ਪਰ ਹੈ ਨਾ ਐਸੇ ਜਿਹੜੇ ਕਿ ਸਿੱਖ ਧਰਮ ਦੇ ਵਿੱਚ ਆਏ ਨੇ। ਠੀਕ ਹੈ ਜੀ। ਇਸ ਅੰਦੋਲਨ ਦੇ ਵਿੱਚ, ਇਸ ਅੰਦੋਲਨ ਦੇ ਵਿੱਚ, ਚਾਹੇ ਉਹ ਰਾਜਸਥਾਨ ਤੋਂ ਹੋਣ ਚਾਹੇ ਹਰਿਆਣੇ ਤੋਂ, ਤਾਂ ਇਹਨਾਂ ਵਾਸਤੇ ਜ਼ਰੂਰ ਮੇਰੇ ਖਿਆਲ ਦੇ ਨਾਲ ਜੋ ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖ ਆਗੂ ਆ ਉਹਨਾਂ ਨੂੰ ਸੋਚਣਾ ਪਵੇਗਾ ਜੀ। ਬਿਲਕੁਲ ਜੀ। ਅਗਲੀ ਖਬਰ ਆਪਾਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਬਾਰੇ ਕਰਦੇ ਹਾਂ, ਜੋ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ। ਪਿਛਲੇ ਸ਼ੋਅ ਦੇ ਵਿੱਚ ਵੀ ਆਪਣਾ ਰਹਿ ਗਿਆ ਸੀ ਵੀ ਉਹਨਾਂ ਦਾ ਹੁਣ ਸਿਆਸੀ ਪਾਰੀ ਕਿਸ ਦੌਰ ਵੱਲ ਵੱਧ ਰਹੀ ਹੈ, ਤੇ ਇੱਕ ਜੋ ਕਿ ਉਹਨਾਂ ਤੇ ਬਹੁਤ ਪੁਰਾਣੇ ਸਮੇਂ ਤੋਂ ਇਲਜ਼ਾਮ ਲੱਗਦੇ ਰਹੇ ਆ ਕਿ ਰੂਸਾਂ ਨਾਲ ਉਹਨਾਂ ਦੀ ਦੋਸਤੀ ਹੈ, ਤੇ ਕੀ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਹੈ ਇੰਡੀਆ ਦੇ ਵਿੱਚ, ਉਹ ਕਿਸ ਤਰੀਕੇ ਨਾਲ ਰਹਿ ਰਿਹਾ ਪਾਕਿਸਤਾਨੀ ਨਾਗਰਿਕ ਹੋਣ ਦੇ ਨਾਤੇ। ਕਈ ਵਾਰ ਰਾਜਨੀਤਿਕ ਪਾਰਟੀਆਂ ਨੇ ਵੀ ਬਹੁਤ ਸਵਾਲ ਕੀਤੇ, ਲੇਕਿਨ ਸਭ ਤੋਂ ਹੁਣ ਜਿਹੜੀ ਦੇਖਣ ਵਾਲੀ ਖਬਰ ਹੈ ਉਹ ਇਹ ਹੈ ਕਿ ਕਾਂਗਰਸ ਪਾਰਟੀ ਦੇ ਅੰਦਰੋਂ ਹੀ ਇਹਦੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਜੀ ਇਸ ਖਬਰ ਨੂੰ? ਹਾਂ ਜੀ, ਬਿਲਕੁਲ ਬਿਲਕੁਲ। ਗੱਲ ਇਹ ਹੈ ਕਿ ਦੇਖੋ, ਉਹਨਾਂ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ, ਹਾਲੇ ਬਣਾਈ ਨਹੀਂ ਹੈ। ਉਦਾਂ ਕਹਿ ਦਿੱਤਾ ਕਿ ਅਸੀਂ ਨਵੀਂ ਪਾਰਟੀ ਬਣਾਵਾਂਗੇ, ਭਾਜਪਾ ਨਾਲ ਸਮਝੌਤਾ ਕਰ ਸਕਨੇ ਆ। ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਭਾਜਪਾ ਕਮਿਊਨਲ ਪਾਰਟੀ ਹੈ ਹੀ ਨਹੀਂ ਹੈ। ਜਿਸ ਵਿਅਕਤੀ ਨੂੰ ਭਾਜਪਾ ਇੱਕ ਧਰਮ ਨਿਰਪੱਖ ਪਾਰਟੀ ਦਿਖਦੀ ਹੋਵੇ, ਆਪਾਂ ਉਹਦੇ ਵਾਸਤੇ ਕੋਈ ਬਹੁਤਾ ਸਮਾਂ ਲਾਈਏ ਜਾਇਆ ਕਰੀਏ ਤਾਂ ਉਹਦਾ ਕੋਈ ਤੁੱਕ ਨਹੀਂ ਬਣਦਾ ਮੇਰੇ ਖਿਆਲ ਦੇ ਨਾਲ। ਤਾਂ ਦੇਖੋ, ਇਸ ਚੀਜ਼ ਤੋਂ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਜਾਂ ਕਾਂਗਰਸ ਦੇ ਕੁਝ ਲੀਡਰਾਂ ਦੇ ਵਿੱਚ ਘਬਰਾਹਟ ਤੇ ਹੈ ਕਿ ਅਮਰਿੰਦਰ ਸਿੰਘ ਠੀਕ ਆ ਕਿ ਬਦਾਮਾਂ ਵਾਲੀ ਖੀਰ ਆਪ ਭਾਵੇਂ ਨਾ ਖਾ ਸਕੇ, ਪਰ ਸਾਡੀ ਖੀਰ ਦੇ ਵਿੱਚ ਖੇਰ ਜ਼ਰੂਰ ਪਾ ਸਕਦਾ ਹੈ। ਤਾਂ ਇਹ ਉਹਦੇ ਚ ਕਾਬਲੀਅਤ ਵੀ ਹੈ, ਦਮ ਵੀ ਹੈ, ਤੇ ਉਹਦੇ ਚ ਕਲਾ ਵੀ ਹੈ, ਹੁਨਰ ਵੀ ਹੈ ਕਿ ਸਾਨੂੰ ਹਰਾ ਸਕਦਾ, ਖਾਸ ਕਰਕੇ ਲੀਡਰਾਂ ਨੂੰ। ਠੀਕ ਹੈ ਜੀ। ਮਤਲਬ ਰਲ ਮਿਲ ਕੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਨਾਰਾਜ਼ ਅਕਾਲੀਆਂ ਦੇ ਨਾਲ ਵੀ ਸਮਝੌਤਾ ਹੋ ਸਕਦਾ ਹੈ ਜਾਂ ਹੋਰ ਹਮਖਿਆਲੀ ਦੋਸਤਾਂ ਨਾਲ ਵੀ ਤੁਰਿਆ ਜਾ ਸਕਦਾ, ਉਹ ਸੰਕੇਤ ਇਹਨਾਂ ਚੀਜ਼ਾਂ ਦੇ ਆ। ਤਾਂ ਦੇਖੋ, ਹੁਣ ਜਿਹੜੇ ਲੀਡਰ ਅਮਰਿੰਦਰ ਸਿੰਘ ਦੇ ਉਲਟ ਨੇ ਜਾਂ ਕਹਿ ਲਓ ਕਿ ਅਮਰਿੰਦਰ ਸਿੰਘ ਦੇ ਨਿਸ਼ਾਨੇ ਤੇ ਨੇ, ਹੁਣ ਚੁੱਪ ਥੋੜੀ ਬਹੁਤ ਬੈਠਣਗੇ ਕਿਉਂਕਿ ਉਹ ਵੀ ਸਰਕਾਰ ਦਾ ਹਿੱਸਾ ਨੇ।
ਉਹਦੇ ਚ ਸਾਰਿਆਂ ਨੇ, ਜਿਵੇਂ ਪ੍ਰਗਟ ਸਿੰਘ ਆ, ਰਾਜਾ ਵੜਿੰਗ ਆ, ਸੁਖਜਿੰਦਰ ਸਿੰਘ ਰੰਧਾਵਾ, ਸਾਰਿਆਂ ਨੇ ਹੀ ਤੋਪ ਦਾ ਮੂੰਹ ਇੱਧਰ ਕੀਤਾ। ਪਰ ਸਭ ਤੋਂ ਵੱਡੀ ਗੱਲ ਜਿਹੜੀ ਆ, ਉਹ ਜਿਹੜੇ ਸਾਡੇ ਇੱਥੋਂ ਦੇ ਹੋਮ ਮਿਨਿਸਟਰ ਆ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਕੀਤੀ। ਉਹਨਾਂ ਨੇ ਆਖਿਆ ਕਿ ਇਹਨਾਂ ਦੇ ਸੰਬੰਧਾਂ ਦੀ ਅਸੀਂ ਜਾਂਚ ਪੜਤਾਲ ਕਰਵਾਵਾਂਗੇ। ਵੈਸੇ ਦੇਖੋ, ਇਹ ਉਹ ਲੋਕ ਨੇ, ਮੈਂ ਤੁਹਾਨੂੰ ਇੱਕ ਨਾ ਘਟਨਾ ਦੱਸਦਾ, ਸਮਾਂ ਥੋੜਾ ਆ। ਅਰੂਸਾ ਜਦੋਂ ਨਵੀਂ ਇੱਥੇ ਪੰਜਾਬ ਆਉਣ ਲੱਗੀ ਆ, ਉਸ ਦੌਰ ਦੇ ਵਿੱਚ ਜਦੋਂ ਅਮਰਿੰਦਰ ਸਿੰਘ ਕਾਫੀ ਪਾਵਰਫੁਲ ਸਨ ਤੇ ਇਹਨਾਂ ਦੀ ਪਾਰੀ ਖਤਮ ਹੋ ਰਹੀ ਸੀ, ਇਲੈਕਸ਼ਨ ਸਿਰ ਤੇ ਸੀ, ਟਿਕਟਾਂ ਦੀ ਵੰਡ ਹੋ ਰਹੀ ਸੀਗੀ ਦਿੱਲੀ ਦੇ ਵਿੱਚ, ਅਹਿਮ ਇੱਕ ਇਹਨਾਂ ਦਾ ਪੜਾਅ ਸੀਗਾ। ਉੱਥੇ ਪੰਜਾਬ ਦੇ ਲੀਡਰ ਕਈ ਦਿਨ ਸੱਦੇ ਗਏ ਸੀ ਤੇ ਕਈ ਦਿਨ ਉੱਥੇ ਬੈਠੇ ਰਹੇ, ਡੀਕਦੇ ਰਹੇ। ਇਹ ਉੱਥੋਂ ਚੜ ਕੇ ਪਤਾ ਨਹੀਂ ਹੁਣ ਰੇਲੇ ਗਏ, ਬੇਲੇ ਗਏ ਜਾਂ ਜਹਾਜ਼ ਰਾਹੀਂ ਗਏ, ਇਹ ਰਾਜਸਥਾਨ ਦੀ ਸ਼ਹਿਰ ਤੇ ਕਈ ਦਿਨ ਸ਼ੈਲੋ, ਪਤਾ ਨਹੀਂ ਹੁਣ 2 ਦਿਨ ਜਾਂ 3 ਦਿਨ ਪੰਜਾਬ ਦੇ ਜ਼ਿਆਦਾਤਰ ਲੀਡਰ ਉੱਥੇ ਬੈਠੇ ਰਹੇ, ਦਿੱਲੀ ਚ ਇੰਤਜ਼ਾਰ ਕਰਦੇ ਰਹੇ ਕਿ ਕਦੋਂ ਸੈਰ ਸਪਾਟਾ ਖਤਮ ਹੋਏਗਾ ਤੇ ਕਦੋਂ ਸਾਡਾ ਕੰਮ ਨਿਬੜੇਗਾ। ਠੀਕ ਹੈ ਜੀ। ਇਹ ਲੋਕ ਉਦੋਂ ਵੀ ਚੁੱਪ ਰਹੇ, ਇਹਨਾਂ ਨੂੰ ਅਰੂਸਾ ਉਦੋਂ ਏਦਾਂ ਹੀ ਲੱਗੇ ਕਿ ਸ਼ਾਇਦ ਫਾਜ਼ਿਲਕਾ ਏਰੀਏ ਦੀ ਆ ਜਾਂ ਪਠਾਨਕੋਟ ਏਰੀਏ ਦੀ ਆ, ਇੱਥੋਂ ਦੀ ਹੋ ਕਿਸੇ ਦੀ। ਠੀਕ ਹੈ ਜੀ। ਤੇ ਇਹ ਦੂਜੇ ਨੰਬਰ ਤੇ ਜੇ ਤੁਸੀਂ ਦੇਖੋਗੇ ਤਾਂ ਜੇ ਆਪਾਂ ਆਹ ਸਰਕਾਰ ਜਿਹੜੀ ਚੱਲਦੀ ਹੈ, ਇਸ ਪਾਰੀ ਦੇ ਵੀ ਵਿੱਚ ਦੇਖੀਏ ਕਾਂਗਰਸ ਦੀ ਜਿਹੜੀ ਸਰਕਾਰ ਚੱਲ ਰਹੀ ਆ, ਅਮਰਿੰਦਰ ਸਿੰਘ ਦੇ ਜਦੋਂ ਡੀਜੀਪੀ ਬਣੇ ਆ ਦਿਨਕਰ ਗੁਪਤਾ, ਹਾਂਜੀ, ਤੇ ਨਾਲ ਹੀ ਜਿਹੜੇ ਬਾਅਦ ਦੇ ਵਿੱਚ ਮੁੱਖ ਸਕੱਤਰ ਬਣੇ ਬੀਬੀ ਮਹਾਜਨ, ਵਿਨੀ ਮਹਾਜਨ, ਇਹ ਦੋਵੇਂ ਜੀ ਅਰੂਸਾ ਆਲਮ ਦੇ ਘਰ ਗਏ ਸਨ ਜਦੋਂ ਇਹ ਨਿਯੁਕਤੀ ਹੋਈ ਆ। ਤੁਸੀਂ ਦੇਖੋ, ਹਾਲਾਂਕਿ ਸੀਨੀਅਰਟੀ ਦੇ ਲਿਹਾਜ਼ ਦੇ ਨਾਲ ਸਿਧਾਰਥ ਚੱਟੋਪਾਧਿਆਏ ਔਰ ਮੁਹੰਮਦ ਮੁਸਤਫਾ ਜਿਹੜੇ ਆ, ਉਹ ਹੱਕ ਰੱਖਦੇ ਸੀ, ਉਹਨਾਂ ਨੂੰ ਸਾਈਡਲਾਈਨ ਕਰਕੇ ਦਿਨਕਰ ਗੁਪਤਾ ਨੂੰ ਬਣਾਇਆ ਗਿਆ ਕਿਉਂਕਿ ਸੈਂਟਰ ਦੇ ਵਿੱਚ ਉਹਨਾਂ ਦਾ ਚੰਗਾ ਹੱਥ ਪੈਂਦਾ ਸੀ ਦੋਵਾਂ ਜੀਆਂ ਦਾ। ਠੀਕ ਹੈ ਜੀ। ਇਹ ਜਾ ਕੇ ਉੱਥੇ ਅਰੂਸਾ ਆਲਮ ਨੂੰ ਮਠਿਆਈ ਖਵਾ ਕੇ ਆਉਂਦੇ ਆ। ਸਾਡੇ ਨਾ ਤਾਂ ਅਫਸਰ ਬੋਲੇ, ਨਾ ਸਾਡੇ ਉਦੋਂ ਲੀਡਰ ਬੋਲੇ ਕਿ ਆ ਭਾਈ ਤੁਸੀਂ ਖਾਵੰਦ ਤ੍ਰੀਮਤ ਦੋਨੇ ਜਾ ਕੇ ਉੱਥੇ ਇਹਨੂੰ ਰਸਗੁੱਲੇ ਖਵਾ ਰਹੇ ਹੋ, ਕਿਸ ਕਪੈਸਿਟੀ ਦੇ ਵਿੱਚ ਭਾਈ? ਇਹ ਕੌਣ ਆ? ਕੀ ਗੱਲ? ਮਤਲਬ ਕਿ ਉਦੋਂ ਸਭ ਕੁਝ ਇਹਨਾਂ ਨੂੰ ਠੀਕ ਲੱਗਦਾ ਸੀ। ਜਦੋਂ ਮਹਿਫਲਾਂ ਦੇ ਵਿੱਚ ਜਾਮ ਵੀ ਛਲਕਾਏ ਜਾਂਦੇ ਸੀ, ਬੱਕਰੇ ਵੀ ਝਟਕਾਏ ਜਾਂਦੇ ਸੀ, ਸਾਰਾ ਕੁਝ ਕੀਤਾ ਜਾਂਦਾ ਸੀ, ਉਦੋਂ ਇਹ ਲੀਡਰ ਜਾ ਕੇ ਕੁਛ ਇਹਨਾਂ ਦੇ ਉੱਥੇ ਮਹਿਫਲ ਦੇ ਵਿੱਚ ਠੁਮਕੇ ਲਾਉਂਦੇ ਸੀ, ਵੀਡੀਓ ਵਾਇਰਲ ਹੁੰਦੀ ਸੀ, ਸੀਤਾ ਫਲ ਚੀਕੂ ਪਤਾ ਨਹੀਂ ਕਿਆ ਕਿਆ ਜਾਂਦਾ ਹੁੰਦਾ ਸੀ, ਉਦੋਂ ਸਾਰੇ ਸੁੱਤੇ ਰਹੇ। ਤਾਂ ਹੁਣ ਅਰੂਸਾ ਦੇ ਸੰਬੰਧਾਂ ਦੀ ਜਾਂਚ ਹੋਏਗੀ। ਤੁਹਾਨੂੰ ਵੀ ਪਤਾ ਹੈ, ਇਮੀਗ੍ਰੇਸ਼ਨ ਮਾਮਲਿਆਂ ਦੇ ਤੁਸੀਂ ਐਕਸਪਰਟ ਹੋ ਵਿਸ਼ੂ ਜੀ, ਕਿ ਠੀਕ ਆ ਕੁਛ ਹੱਦ ਤੱਕ ਜਾਂਚ ਪੜਤਾਲ ਕੀਤੀ ਜਾ ਸਕਦੀ ਹੈ ਜਾਂ ਖਬਰਾਂ ਬਣਾਈਆਂ ਜਾ ਸਕਦੀਆਂ। ਇਹ ਮਾਮਲਾ ਬੇਸਿਕਲ ਹੁੰਦਾ ਹੈ 2 ਦੇਸ਼ਾਂ ਦਾ। ਬਿਲਕੁਲ, ਇਹਦੇ ਵਿੱਚ ਸੈਂਟਰਲ ਅਥਾਰਟੀਜ਼ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਜ਼ਿਆਦਾ ਕੰਮ ਹੁੰਦਾ ਹੈ। ਬਿਲਕੁਲ ਜੀ। ਹੁਣ ਇਹੀ ਤੇ ਵੱਡਾ ਸਵਾਲ ਸੀਗਾ ਕਿ ਇੱਥੇ ਆਪੋਜੀਸ਼ਨ ਦੀ ਸਰਕਾਰ ਚੱਲਦੀ ਹੋਵੇ ਸੈਂਟਰ ਦੇ, ਹਾਂਜੀ, ਤੇ ਕੋਈ ਡਿਫੈਂਸ ਦੀ ਜਿਹੜੀ ਐਕਸਪਰਟ ਆ, ਜਿਹੜੀ ਲੇਟ ਤੱਕ ਲਿਖਦੀ ਰਹੀ ਹੋਵੇ, ਜਿਹਦੇ ISI ਦੇ ਅਫਸਰਾਂ ਨਾਲ ਆਮ ਹੀ ਤਾਲੁਕਾਤ ਤੇ ਕਿਸੇ ਸੁਣੇ ਜਾਂਦੇ ਆ, ਜਿਹਦਾ ਫੈਮਿਲੀ ਬੈਕਗ੍ਰਾਉਂਡ ਇਸੇ ਤਰ੍ਹਾਂ ਦਾ ਹੀ ਹੈ, ਹਾਂਜੀ, ਰਾਜਨੀਤੀ ਦੇ ਵਿੱਚ ਪ੍ਰਭਾਵ ਰੱਖਣ ਵਾਲਾ। ਮੈਂ ਹਾਲਾਂਕਿ ਨਿੱਜੀ ਜ਼ਿੰਦਗੀ ਤੇ ਨਹੀਂ ਜਾਂਦਾ ਕਿਸੇ ਦੀ, ਤੇ ਤਾਂ ਕਹਿਣ ਦਾ ਭਾਵ ਇਹ ਆ ਕਿ ਦੇਖੋ ਹੁਣ ਕੀ ਕਰ ਲਓਗੇ। ਹਾਂਜੀ, ਇਹ ਬੜਾ ਵੱਡਾ ਪ੍ਰਸ਼ਨ ਹੈ ਕਿ ਉਹ ਵੀ ਚੁੱਪ ਬੈਠੇ ਰਹੇ ਤੁਹਾਡੇ ਵਾਂਗੂ, ਸੈਂਟਰ ਵਾਲੇ ਵੀ ਆਪੋਜੀਸ਼ਨ ਚ ਹੋਣ ਦੇ ਬਾਵਜੂਦ। ਇਹ ਬੜੇ ਵੱਡੇ ਸਵਾਲ ਨੇ ਕਿ ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਤੇ ਕਹਿੰਦੇ ਤੁਸੀਂ ਕਿ ਉਹਨਾਂ ਦੇ ਨਾਲ ਖੇਡੋ ਹੀ ਨਾ, ਹਾਂਜੀ, ਉਹ ਬਾਇਲੈਟਰਲ ਸੀਰੀਜ਼ ਵੀ ਨਾ ਖੇਡਣ, ਤੁਹਾਡੇ ਨਾਲ ਵਰਲਡ ਕੱਪ ਦਾ ਮੈਚ ਵੀ ਨਾ ਖੇਡਣ, ਤੇ ਇੱਥੇ ਕੀ ਖੇਡ ਚੱਲਦੀ ਪਈ ਸੀ ਕਿ ਤੁਹਾਨੂੰ ਦਿਖਦੀ ਨਹੀਂ ਹੈ। ਬਿਲਕੁਲ, ਇੱਥੇ ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ, ਨਾ ਭਾਜਪਾ ਦੀ IT ਟੀਮ ਜਿਹੜੀ ਆ ਉਹ ਖੁੱਲ ਕੇ ਬੋਲਦੀ ਹੈ ਨਾ ਮੁੱਦਿਆਂ ਤੇ। ਸੋ ਕਹਿਣ ਦਾ ਭਾਵ ਇਹ ਆ ਕਿ ਠੀਕ ਆ, ਜਿੰਨਾ ਕੁ ਘੋੜਾ ਭਜਾਇਆ ਜਾਂਦਾ ਭਜਾ ਕੇ ਦੇਖ ਲੈਣ, ਪਰ ਮੇਰੇ ਖਿਆਲ ਦੇ ਨਾਲ ਬਹੁਤਾ ਕੁਝ ਜੇ ਹੋਣਾ ਆ ਤਾਂ ਉਹ ਸੈਂਟਰ ਦੇ ਹੁਕਮ ਨਾਲ ਹੀ ਹੋਣਾ, ਕਿਉਂਕਿ ਇਹ 2 ਦੇਸ਼ਾਂ ਦਾ ਮਾਮਲਾ ਬਣ ਜਾਂਦਾ ਜਦੋਂ ਇਮੀਗ੍ਰੇਸ਼ਨ ਦਾ ਹੁੰਦਾ। ਬਾਕੀ ਜੇ ਆਪਾਂ ਦੇਖੀਏ ਤਾਂ ਇਹ ਇੱਕ ਭੇੜ ਚੱਲਣਾ ਹੀ ਚੱਲਣਾ, ਔਰ ਇਸੇ ਭੇੜ ਦੇ ਦਰਮਿਆਨ ਖਬਰ ਹੁਣ ਆ ਰਹੀ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਦਿੱਲੀ ਵੀ ਗਏ ਆ। ਹੁਣ ਦਿੱਲੀ ਦੇ ਵਿੱਚ ਇਹ ਮਾਮਲਾ ਡਿਸਕਸ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ, ਜਾਂ ਕੁਝ ਹੋਰ ਕੋਈ ਮੂਵ ਖੇਡਿਆ ਜਾਂਦਾ, ਕਿਉਂਕਿ ਅਮਰਿੰਦਰ ਸਿੰਘ ਦੀ ਜਿਹੜੀ ਇਹ ਪਾਰਟੀ ਬਣਾਉਣ ਦੀ ਕੋਸ਼ਿਸ਼ ਆ, ਇਹਦੇ ਵਿੱਚ ਨਫਾ ਉਹਨੂੰ ਕੋਈ ਹੋਏਗਾ ਜਾਂ ਨਹੀਂ ਹੋਏਗਾ ਤਾਂ ਸਾਫ਼ ਹੀ ਹੈ, ਪਰੰਤੂ ਇਹਨਾਂ ਦਾ ਨੁਕਸਾਨ ਹੋ ਸਕਦਾ ਹੈ। ਉਹ ਨੁਕਸਾਨ ਵੱਡਾ ਨਾ ਹੋਵੇ, ਇਹਦੇ ਵਾਸਤੇ ਯਤਨ ਤੇ ਇਹਨਾਂ ਨੂੰ ਕਰਨੇ ਹੀ ਪੈਣਗੇ ਨਾ। ਬਿਲਕੁਲ ਜੀ, ਰਾਜਨੀਤੀ
ਕੀ ਰੰਗ ਲਿਆਊਗੀ ਨਿੱਜੀ ਤੌਰ ਤੋਂ ਜਾਂ ਰਾਜਨੀਤੀ ਦੇ ਤੌਰ ਤੋਂ, ਆਉਣ ਵਾਲਾ ਸਮਾਂ ਹੀ ਦੱਸੂਗਾ। ਮਿੰਟੂ ਜੀ, ਤੁਹਾਡੇ ਸਮੇਂ ਦਾ ਬਹੁਤ ਬਹੁਤ ਧੰਨਵਾਦ। ਲੈ ਕੇ ਹਾਜ਼ਰ ਹੋਵਾਂਗੇ ਇੱਕ ਨਵਾਂ ਸ਼ੋਅ, ਨਵੀਂ ਖਬਰ ਦੇ ਉੱਤੇ। ਧੰਨਵਾਦ ਜੀ। ਇਹ ਸਨ ਮਿੰਟੂ ਗੁਰਸਰੀਆ ਜੀ। ਅੱਜ ਗੱਲਬਾਤ ਕੀਤੀ ਅਸੀਂ ਪੰਜਾਬ ਦੇ ਨਾਲ ਜੁੜੇ ਹੋਏ ਮਸਲਿਆਂ ਦੇ ਉੱਤੇ। ਬਹੁਤ ਇੰਪੋਰਟੈਂਟ ਜਿਹੜੀਆਂ ਖਬਰਾਂ ਕੈਰਵਾ ਮੈਗਜ਼ੀਨ ਦੇ ਰਿਪੋਰਟ ਦੇ ਹਵਾਲੇ ਤੋਂ ਆਈਆਂ ਇਨਵੈਸਟੀਗੇਸ਼ਨ ਤੋਂ ਬਾਅਦ, ਤੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਜੀਵਨ ਤੇ ਪਰਸਨਲ ਜ਼ਿੰਦਗੀ ਦੇ ਵਿੱਚ ਕੀ ਵਾਪਰ ਰਿਹਾ, ਉਹਦੇ ਉੱਤੇ ਅਸੀਂ ਕਵਰ ਕੀਤਾ। ਉਮੀਦ ਕਰਦੇ ਤੁਹਾਨੂੰ ਅੱਜ ਦਾ ਸ਼ੋਅ ਜ਼ਰੂਰ ਪਸੰਦ ਆਇਆ ਹੋਊਗਾ। ਲੈ ਕੇ ਹਾਜ਼ਰ ਹੋਵਾਂਗੇ ਇੱਕ ਨਵਾਂ ਸ਼ੋਅ। ਇੱਦਾਂ ਹੀ ਜੁੜੇ ਰਹੋ CPC TV ਦੇ ਨਾਲ। ਧੰਨਵਾਦ।